93 अंग ते और श्री राग बाणी भगत बेणी जीओ की पहरिया कै घर गावना एक ओंकार सतगुर प्रसाद। सो माफी चाਹੁੰਦੇ ਆ ਸਿੰਘ ਆ ਗਿਆ ਕੋਈ ਉਧਰ ਰਿਕਾਰਡਿੰਗ ਕੱਟਣੀ ਪੈ ਗਈ, ਸੋ ਇਸ ਕਰਕੇ ਮਾਫੀ ਚਾਹੁੰਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਰਹੇ ਹਨ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਬਾਣੀ ਭਗਤ ਬੇਣੀ ਜੀਓ ਕੀ। ਸ੍ਰੀ ਰਾਗ ਵਿੱਚ ਭਗਤ ਬੇਣੀ ਜੀ ਉਚਾਰਨ ਕਰਕੇ ਸਮਝਾਉਂਦੇ ਹਨ। ਪਹਿਰਿਆ ਕੈ ਘਰ ਗਾਵਣਾ, ਇਸ ਬਾਣੀ ਨੂੰ ਔਰ ਉਚਾਰਦੇ ਹੋਏ ਸਮਝਾਉਂਦੇ ਹਨ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਰਾਗ ਦੇ ਪਹਿਰਿਆਂ ਵਿੱਚ ਬਾਣੀ ਉਚਾਰਨ ਕੀਤੀ ਹੈ, ਉਸੇ ਘਰ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ। ਪਹਿਰਿਆ ਉਮਰ ਰੂਪ ਰਾਤ ਦੀ ਬਾਲਕ ਯੁਵਾ ਔਰ ਬਿਰਧ ਅਵਸਥਾ, ਪ੍ਰੌੜ ਅਵਸਥਾ, ਇਹਨਾਂ ਦੇ ਵਿੱਚ ਸ਼ਬਦ ਨੂੰ ਗਾਉਣਾ ਕਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਪ੍ਰਾਰੰਭ ਕਰਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਔਰ ਪਾਵਨ ਸ਼ਬਦ ਦੀ ਪ੍ਰਾਰੰਭਤਾ ਕਰਦੇ ਹੋਏ ਮੰਗਲ ਉਚਾਰਨ ਕਰਕੇ ਤੇ ਪੰਕਤੀ ਉਚਾਰਨ ਕਰਦੇ ਹਨ। ਹਰੇ ਨਰ ਗਰਭ ਕੁੰਡਲ ਜਬ ਆਸ਼ਿਤ ਉਰਦ ਧਿਆਨ ਲਿਵ ਲਾਗਾ। ਜਦੋਂ ਮਾਤਾ ਦੇ ਗਰਭ ਵਿੱਚ ਜਠਰ ਅਗਨੀ ਦੇ ਕੁੰਡਲ ਵਿੱਚ ਆਸ਼ਿਤ ਕਹੀਏ ਭਾਵ ਆਉਣਾ ਹੁੰਦਾ ਸੀ, ਭਾਵ ਉਦਾਲੇ ਜਠਰਾ ਅਗਨੀ ਦਾ ਕੁੰਡਲ ਸੀ। ਉਸ ਵੇਲੇ ਉਰਦ ਪੁੱਠਾ ਲਟਕਦਾ ਹੋਇਆ ਵੀ ਪਰਮੇਸ਼ਰ ਦੇ ਧਿਆਨ ਵਿੱਚ ਔਰ ਤੂੰ ਬਿਰਤੀ ਲਾਈ ਹੋਈ ਸੀ। ਮੁਖ ਤਲੇ ਪੈਰ ਉਪਰੇ ਬਸੰਦੋ ਕੋਹਥੜੈ ਥਾਏ, ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰ ਹੈ ਜਿਸ ਦਾ ਨਾਏ। ਉਸ ਟਾਈਮ ਵੀ ਤੂੰ ਉਹਦੇ ਮਾਤਾ ਦੇ ਪੇਟ ਵਿੱਚ ਧਿਆਨ ਲਾਉਣਾ ਕੀਤਾ ਸੀ। ਮਿਰਤਕ ਪਿੰਡ ਪਦ ਮਦਨਾ, ਮਦਨਾ ਪਾਠ ਇਕੱਠਾ ਕਰਨਾ। ਅਹਿਨਸ, ਅਹਿਨਸ ਤੇ ਬਸਰਾਮ ਹੈ, ਮਦਨਾ ਤੇ ਜਮਕੀ ਹੈ। ਏਕ ਅਗਿਆਨ ਸੋ ਨਾਗਾ। ਪਾਤਸ਼ਾਹ ਕਹਿੰਦੇ ਉਸ ਵੇਲੇ ਪਰਮੇਸ਼ਰ ਦੇ ਪਦ ਕਹੀਏ ਚਰਨਾਂ ਵਿੱਚ, ਮਦਨਾ ਕਹੀਏ ਮਸਤ ਹੋ ਕੇ ਦਿਨ ਰਾਤ ਲੱਗਾ ਹੋਇਆ ਸੀ। ਤੈਨੂੰ ਮਿਰਤਕ ਮਿੱਟੀ ਦੇ ਪਿੰਡ ਸਰੀਰ ਦਾ ਚੇਤਾ ਨਹੀਂ ਸੀ। ਮਿੱਟੀ ਦੇ ਪੇੜੇ ਸਰੀਰ ਦੀ ਪਦਵੀ ਦਾ ਪਦ ਮਦਨਾ ਮਾਣ ਨਾ ਕਰ। ਪਦ ਮਦਨਾ ਭਾਵ ਅਹਿਨਸ, ਰਾਤ ਦਿਨ ਪਰਮੇਸ਼ਰ ਦੇ ਚਰਨਾਂ ਵਿੱਚ ਮਸਤ ਰਹਿਣਾ ਕਰ। ਜੋ ਪਾਤਸ਼ਾਹ ਕਹਿੰਦੇ ਹਨ, ਉਸ ਵਕਤ ਗਰਭ ਵਿੱਚ ਇੱਕੋ ਅਗਿਆਨ ਦੀ ਅਵਾਨਾ ਪਾਦ ਸਤਾ ਸੀ, ਕਿਉਂਕਿ ਪਰਮੇਸ਼ਰ ਹੈ ਤਾਂ ਸਹੀ ਪਰ ਦਿਸਦਾ ਨਹੀਂ ਹੈ। ਤੇ ਜੋ ਮੇਰੀ ਇੱਥੇ ਮਾਤਾ ਦੇ ਗਰਭ ਵਿੱਚ ਰੱਖਿਆ ਕਰਦਾ ਹੈ, ਉਹ ਅਗਿਆਨ ਦੀ ਅਵਾਨਾ ਪਾਦ ਸ਼ਕਤੀ ਹੈ, ਸਤਾ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਏਕ ਅਗਿਆਨ ਸੋ ਨਾਗਾ। ਅੰਦਰ ਨਾਗਾ ਕਹੀਏ ਨੰਗਾ ਪਿਆ ਹੋਇਆ ਸੀ, ਭਾਵ ਉਸ ਵੇਲੇ ਤੇਰੇ ਅੰਦਰ ਅਗਿਆਨ ਦੀ ਸਥਾਪਿਤ ਸ਼ਕਤੀ ਨਹੀਂ ਸੀ। ਔਰ ਜੋ ਕਹਿਣਾ ਹੈ ਕਿ ਪਰਮੇਸ਼ਰ ਨਹੀਂ ਹੈ, ਇਹ ਅਗਿਆਨ ਦੀ ਸਥਾਪਿਤ ਸ਼ਕਤੀ ਹੈ, ਸਤਾ ਹੈ। ਪਾਤਸ਼ਾਹ ਜੀ ਕਹਿੰਦੇ ਉਸ ਵੇਲੇ ਇੱਕ ਅਗਿਆਨ ਦੀ ਭਾਨਾਪਾਦ ਸਤਾ ਸੀ। ਨਾਗਾ ਨਾਗ ਸੱਪ ਦੀ ਤਰ੍ਹਾਂ ਇੱਕ ਅਗਿਆਨ ਦੀ ਅੰਸ਼ ਦਾ ਲਪੇਟਿਆ ਹੋਇਆ ਸੀ, ਤੇ ਨਾਗਾ ਕਹੀਏ ਨੰਗਾ ਸੀ, ਮਾਂ ਦੇ ਗਰਭ ਵਿੱਚ ਕੋਈ ਕੱਪੜਾ ਨਹੀਂ ਪਾਇਆ ਸੀ। ਤੇ ਦਿਲ ਸੰਪਟ ਕਸ਼ਟ ਮਹਾ ਦੁੱਖ ਅਵ ਚਿਤ ਅਦਿਕ ਪਸਾਰਿਆ। ਉਹ ਦਿਨ ਸੰਮਲ ਭਾਵ ਯਾਦ ਕਰ, ਜਦੋਂ ਗਰਭ ਵਿੱਚ ਬੜਾ ਭਾਰੀ ਕਸ਼ਟ ਸੀ, ਦੁਖੀ ਸੀ, ਮਾਤਾ ਦਾ ਬਿਸ਼ਟਾ ਤੇ ਮੂਤਰ ਔਰ ਉੱਪਰ ਲੰਘ ਰਿਹਾ ਸੀ। ਆਵ ਚਿੱਤ ਅਦਕ ਪਸਾਰਿਆ। ਪਾਤਸ਼ਾਹ ਜੀ ਕਹਿੰਦੇ ਹੁਣ ਆਪਣੇ ਚਿੱਤ ਨੂੰ ਧਨ ਵਿੱਚ, ਜਵਾਨੀ ਵਿੱਚ, ਭੋਗਾਂ ਪਦਾਰਥਾਂ ਵਿੱਚ ਪਸਾਰਿਆ, ਭਾਵ ਮਾਇਆ ਦੇ ਵਿੱਚ ਪਸਾਰਿਆ ਹੋਇਆ, ਲਾਇਆ ਹੋਇਆ। ਗਰਭ ਛੋੜ ਮ੍ਰਿਤ ਮੰਡਲ ਆਇਆ, ਤੋ ਨਰ ਹਰ ਮਨਹੁ ਵਿਸਾਰਿਆ। ਫਿਰ ਤੂੰ ਮਾਤਾ ਦੇ ਗਰਭ ਨੂੰ ਛੱਡ ਕੇ ਮ੍ਰਿਤ ਮੰਡਲ ਪ੍ਰਲੋਕ ਵਿੱਚ ਆ ਗਿਆ। ਪਾਤਸ਼ਾਹ ਕਹਿੰਦੇ ਫਿਰ ਨਰ ਹਰ ਪ੍ਰੇਰਕ ਨਰ ਸਿੰਘ ਰੂਪ ਵਾਲੇ ਨੂੰ, ਨਰਾਂ ਨੂੰ ਹਰੇ ਭਰਨ ਕਰਨ ਵਾਲੇ ਪਰਮੇਸ਼ਰ ਨੂੰ ਮਨੋਂ ਭੁਲਾ ਦਿੱਤਾ। ਫਿਰ ਪਛਤਾਵੇਗਾ ਮੂੜਿਆ, ਤੂੰ ਕਵਨ ਕੁਮਤ ਭਰਮ ਲਾਗਾ। ਹੇ ਮੂੜੇ ਪੁਰਖ, ਤੂੰ ਪਛਤਾਵੇਂਗਾ। ਕੁਮਤ ਭਾਵ ਖੋਟੀ ਮਤ ਕਰਮ ਕਰਕੇ, ਖੋਟੀ ਮਤ ਕਰਕੇ ਭਰਮਾਂ ਵਿੱਚ ਲੱਗਾ ਹੋਇਆ ਤੂੰ।
ਤੈਨੂੰ ਕਿਸ ਦੇ ਇਹ ਖੋਟੀ ਮੱਤ ਕਿਹਨੇ ਦਿੱਤੀ ਹੈ? ਤੂੰ ਵਿਸ਼ੇ ਵਿਕਾਰਾਂ ਵਾਲੀ ਮੱਤ ਧਾਰਨ ਕਰਕੇ ਮਾੜੀਆਂ ਗੱਲਾਂ ਕਰਦਾ, ਮਾੜੇ ਕੰਮ ਕਰਦਾ ਹੈ, ਔਰ ਤੈਨੂੰ ਪਤਾ ਹੀ ਨਹੀਂ ਲੱਗ ਰਿਹਾ। ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਜਨ ਵਿਚਰੈ ਅਨੁਰਾਧਾ ਰਹਾਉ। ਰਾਮ ਵਾਹਿਗੁਰੂ ਨੂੰ ਚੇਤੇ ਕਰ ਲੈ, ਨਹੀਂ ਤਾਂ ਜਮਾਂ ਦੀ ਪੁਰੀ ਨੂੰ, ਨਰਕਾਂ ਨੂੰ ਜਾਵੇਗਾ। ਔਰ ਪਾਤਸ਼ਾਹ ਕਹਿੰਦੇ ਹਨ, ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਜਨ ਵਿਚਰੈ ਅਨੁਰਾਧਾ। ਭਾਵ ਅਨੁਰਾਧਾ ਕੀ ਅਨਰਿੱਧ ਅਣਛ ਰਿੱਝੇ ਕੁੱਕੜ ਦੀ ਤਰ੍ਹਾਂ ਮਾਨੋ ਵਿਸ਼ਿਆਂ ਰੂਪ ਤੌੜੀ ਔਰ ਦਾਲ ਰਿੰਨਣ ਵਾਲਾ ਮਿੱਟੀ ਦਾ ਪੱਕਾ ਬਰਤਨ, ਜਿਸ ਨੂੰ ਤੌੜੀ ਕਹਿੰਦੇ ਹਨ, ਉਸ ਵਿੱਚ ਤੂੰ ਵਿਚਰ ਰਿਹਾ। ਸ਼ਾਸਤਰ ਗਿਆਨ ਦੀਆਂ ਭਾਵੇਂ 100 ਅੱਗਾਂ ਦੇ ਲਵੇ ਦੇਣਾ ਕਰੇ, ਪਰ ਫਿਰ ਵੀ ਨਾਸਤਿਕ ਪੁਣੇ ਤੋਂ ਸ਼ਰਧਾ ਦੇ ਸਹਿਤ ਰਿਝਦਾ ਨਹੀਂ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਹਨ, ਔਰ ਬਾਲ ਬਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹੇ ਵਿਆਪੈ। ਬਾਲਕ ਹੀ ਬਾਲਕ ਅਵਸਥਾ ਵਿੱਚ ਨਾਨਾ ਤਰ੍ਹਾਂ ਦੇ ਖੇਡਣ ਲਈ, ਔਰ ਚਿੰਦ ਰਸ ਲਾਗਾ ਤੂੰ ਲੱਗਿਆ ਹੋਇਆ। ਖਿਨ ਖਿਨ ਮੋਹੇ ਵਿਆਪੈ, ਖਿਨ ਖਿਨ ਕਾਲ ਵਿੱਚ ਤੈਨੂੰ ਮਾਤਾ ਪਿਤਾ ਦਾ, ਧੀ ਦਾ, ਪੁੱਤ ਦਾ, ਘਰਵਾਲੀ ਦਾ, ਘਰ ਵਾਲੇ ਦਾ ਮੋਹ ਵਿਆਪ ਰਿਹਾ ਹੈ। ਰਸ ਮੇ ਸਮੇਦ ਅੰਮ੍ਰਿਤ ਬਿਖ ਚਾਖੀ, ਤਉ ਪੰਚ ਪ੍ਰਗਟ ਸੰਤਾਪੈ। ਪਾਤਸ਼ਾਹ ਜੀ ਕਹਿੰਦੇ ਹਨ, ਕਿਸ਼ੋਰ ਅਵਸਥਾ ਵਿੱਚ ਰਸਾਂ ਨੂੰ ਮਿਸ ਕਹੀਏ ਮਿਲਾ ਕਰਕੇ, ਬਿਖ ਕਹੀਏ ਵਿਆਹ ਰੂਪ ਸ਼ਰਾਬ ਨੂੰ, ਮੇਦ ਕਹੀਏ ਪਵਿੱਤਰ ਮਨ ਕਰਕੇ, ਅੰਮ੍ਰਿਤ ਦੀ ਤਰ੍ਹਾਂ ਚਾਖੀ ਕਹੀਏ ਪੀਣਾ ਕਰਦਾ ਹੈ, ਨਿੰਦਿਆ ਰੂਪ ਜ਼ਹਿਰ ਨੂੰ ਚਖਦਾ ਹੈ। ਔਰ ਰਸ ਪਾਰੇ ਦੇ ਰਸਾਂ ਨੂੰ ਮਿਸ ਕਹੀਏ ਮਿਲਾ ਕਰਕੇ, ਮੇਦ ਕਹੀਏ ਮੇਦੇ ਵਿੱਚ, ਕੁੱਕੜਾਂ ਦੇ ਮੇਦੇ ਵਿੱਚ ਕੱਟ ਕੱਟ ਕਰਕੇ ਪਾਉਂਦਾ ਹੈ। ਉਹਨਾਂ ਤੋਂ ਜੋ ਵਿਆਹ ਰੂਪ ਸ਼ਰਾਬ ਬਣਾ ਕਰਕੇ, ਔਰ ਫਿਰ ਅੰਮ੍ਰਿਤ ਜਾਣ ਕੇ ਉਹਨੂੰ ਪੀਂਦਾ ਹੈ ਤੇ ਖਾਂਦਾ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਖਤ ਕੀ ਵਿਧ ਨੈਨੋ ਡੀਠੀ। ਜਪ ਤਪ ਸੰਜਮ ਛੋੜ, ਸੁਕ੍ਰਿਤ ਮਤ, ਰਾਮ ਨਾਮ ਨਾ ਅਰਾਧਿਆ। ਹੇ ਜੀਵ, ਤੈਨੂੰ ਚਾਹੀਦਾ ਸੀ ਕਿ ਭੋਗਾਂ ਨੂੰ ਛੱਡ ਕਰਕੇ ਗੁਰਾਂ ਦੇ ਨਾਮ ਦਾ ਜਪ ਜਾਪ ਕਰਨਾ, ਤਪ ਸੇਵਾ ਕਰਨੀ, ਸੰਜਮ ਇੰਦਰੇ ਦਮਨ ਕਰਨਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ, ਔਰ ਸੁਕ੍ਰਿਤ ਪੁੰਨਾਂ ਵਾਲੀ ਮਤ ਬਣਾਉਣੀ, ਕੀਰਤਨ ਭਗਤੀ ਕਰਨੀ, ਸੇਵਾ ਕਰਨੀ, ਮਤ ਔਰ ਸ਼ੁਭ ਮਤ ਬਣਾਉਣੀ। ਪਰ ਤੂੰ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਆਰਾਧਿਆ, ਸਿਮਰਨ ਨਹੀਂ ਕੀਤਾ, ਯਾਦ ਨਹੀਂ ਕੀਤਾ ਮਾਲਕ ਨੂੰ, ਵਾਹਿਗੁਰੂ ਨੂੰ। ਉਛਲਿਆ ਕਾਮ ਕਾਲ ਮਤ ਲਾਗੀ, ਤਉ ਆਨ ਸਖਤ ਗਲ ਬਾਂਧਿਆ। ਜਦੋਂ ਤੇਰੇ ਅੰਦਰ ਮਾਸ ਸ਼ਰਾਬਾਂ ਦੇ ਖਾਣ ਪੀਣ ਕਰਕੇ ਨਾਮ ਨੇ ਵਾਹਿਗੁਰੂ ਕਾਮ ਨੇ ਉਛਾਲਾ ਮਾਰਨਾ ਕੀਤਾ, ਤੇ ਫਿਰ ਫੁਰਨਾ ਰੂਪ ਹੋ ਕਰਕੇ ਮਤ ਕਹੀਏ ਬੁੱਧੀ ਨੂੰ ਵਿਸ਼ਿਆਂ ਦੀ ਕਾਲਖ ਲੱਗ ਗਈ, ਤੇ ਮਾਤਾ ਪਿਤਾ ਨੇ ਤੇਰੀ ਵੱਧ ਚੱਲਣੀ ਦੀ ਹਾਲਤ ਨੂੰ ਦੇਖ ਕਰਕੇ, ਆਣ ਕੀ ਲਿਆ ਕਰਕੇ ਸਖਤ ਸ਼ਕਤੀ ਇਸਤਰੀ ਰੂਪ ਔਰ ਮੁੰਨੀ ਨਾਲ ਤੇਰਾ ਗਲ ਬੰਨ ਦਿੱਤਾ। ਆਨ ਸਖਤ ਗਲ ਬੰਨ੍ਹਿਆ ਭਾਵ ਬੰਨਣਾ ਕੀਤਾ। ਫਿਰ ਤਾਰਨ ਤੇਜ ਪਰ ਤੇਰੇ ਮੁਖ ਜੋਹ ਹੈ, ਸਾਰੇ ਅਪਸਰਣਾ ਪਛਾਣਿਆ। ਤਾਰਨ ਜਵਾਨੀ ਦੇ ਤੇਜ ਵਿੱਚ, ਤਰਨ ਕਹੀਏ ਸੂਰਜ ਦੇ ਤੇਜ ਕਹੀਏ ਪ੍ਰਕਾਸ਼ ਕਰਕੇ, ਔਰ ਪਰਾਈਆਂ ਇਸਤਰੀਆਂ ਦੇ ਮੂੰਹਾਂ ਨੂੰ ਜੋਹ ਹੈ ਭਾਵ ਤੱਕਦਾ ਰਹਿ, ਤਾੜਦਾ ਰਹਿ ਭਾਵ ਆਪਣੀ ਇਸਤਰੀ ਘਰ ਵਿੱਚ ਹੀ ਸੀ। ਘਰ ਕੀ ਨਾਰ ਤਿਆਗੈ, ਅੰਧਾ ਪਰ ਨਾਰੀ ਸੋ ਘਾਲਾ ਧੰਦਾ। ਇੱਦਾਂ ਦੇ ਗਲਤ ਕੰਮ ਤੂੰ ਕਰਦਾ ਰਹਿ, ਹੁਣ ਕਰਦਾ ਹੈ ਮਨੁੱਖ, ਅੱਗੇ ਨੂੰ ਕਰਦਾ। ਉਨਮਤ ਕਾਮ ਮਹਾ ਬਿਖ ਭੂਲੈ, ਪਾਪ ਪੁੰਨ ਨਾ ਪਛਾਣਿਆ। ਕਾਮ ਦੇ ਵਿੱਚ ਮਸਤ ਹੋ ਕੇ ਪਰਮੇਸ਼ਰ ਨੂੰ ਭੁੱਲ ਗਿਆ, ਔਰ ਪਾਪ ਪੁੰਨ ਨਾ ਪਛਾਣਿਆ, ਪਾਪ ਪੁੰਨ ਦੀ ਪਛਾਣ ਹੀ ਨਹੀਂ ਕੀਤੀ, ਸਵੈ ਸਰੂਪ ਦੀ ਪਛਾਣ ਨਹੀਂ ਕੀਤੀ। ਸੁਤ ਸੰਪਤ ਦੇਖ ਇਹੋ ਮਨ ਗਰਭੇ ਆਓ, ਰਾਮ ਹਿਰਦੈ ਤੇ ਖੋਇਆ। ਜਵਾਨੀ ਔਰ ਢਲਦੀ ਅਵਸਥਾ ਵਿੱਚ ਪੁੱਤਰਾਂ ਨੂੰ, ਸੰਪਤ ਵਿਭੂਤੀ ਨੂੰ, ਪਦਾਰਥਾਂ ਨੂੰ ਦੇਖ ਕਰਕੇ ਮਨ ਵਿੱਚ ਹੰਕਾਰ ਕਰਦਾ ਕਿ ਮੇਰੇ ਕੋਲ ਇੰਨੇ ਪਦਾਰਥ, ਇੰਨੀ ਕਮਾਈ, ਇੰਨੇ ਮੇਰੇ ਪੁੱਤ, ਇੰਨੀਆਂ ਧੀਆਂ, ਇੰਨੇ ਬੱਚੇ, ਔਰ ਰਾਮ ਹਿਰਦਾ ਤੇ ਖੋਇਆ।
ਰਾਮ ਹਿਰਦੇ ਵਿੱਚੋਂ ਪਰਮੇਸ਼ਰ ਨੂੰ ਗਵਾ ਦਿੱਤਾ, ਭੁੱਲ ਗਿਆ ਮਾਲਕ। ਔਰ ਜਿਹੜੇ ਹਿਰਦੇ ਵਿੱਚ ਪ੍ਰਮਾਤਮਾ ਚਾਹੀਦਾ ਸੀ, ਉਸ ਹਿਰਦੇ ਵਿੱਚ ਔਰ ਹੋਰ ਹੀ ਗੱਲਾਂ ਵਸਾ ਲਈਆਂ, ਪਾਤਸ਼ਾਹ ਜੀ ਕਹਿੰਦੇ ਹਨ।